ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ ਸ਼ਰਮਾ ਹਾਜ਼ਰ ਹੋ ਚੁੱਕੀ ਹਾਂ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਲੈ ਕੇ। ਪ੍ਰੋਗਰਾਮ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੀ ਦੇਸ਼ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਅਪਡੇਟਸ। ਸੋ ਸਭ ਤੋਂ ਪਹਿਲੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਅਮਰੀਕਾ ਤੋਂ। ਅਮਰੀਕਾ ਦੇ ਉਹਨਾਂ ਵੀਜ਼ਾ ਧਾਰਕਾਂ ਲਈ ਬਹੁਤ ਹੀ ਇੰਪੋਰਟੈਂਟ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਉਹਨਾਂ ਨੂੰ ਕੁਝ ਖਾਸ ਧਿਆਨ ਰੱਖਣਾ ਪਏਗਾ। ਆਪਾਂ ਸਭ ਜਾਣਦੇ ਹਾਂ ਕਿ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਹੁਤ ਜ਼ਿਆਦਾ ਸਖਤ ਕਰ ਦਿੱਤਾ ਹੈ ਅਤੇ ਲਗਾਤਾਰ ऐसी गल बार बार सुनने को मिलती है, ਜਾਂ मैं कहां कि बार बार उन्हां ਵੱਲੋਂ ऐलान किया जा रहा है ਇਮੀਗ੍ਰੇਸ਼ਨ ਨੂੰ ਲੈ ਕੇ, ਜਿਸ ਵਿੱਚ ਕੋਈ ਨਾ ਕੋਈ ਸਖਤੀ ਐਡ ਹੁੰਦੀ ਹੈ। ਉਹਨਾਂ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਨੇ, ਬਹੁਤ ਵੱਡੇ ਬਦਲਾਅ ਕੀਤੇ ਜਾ ਰਹੇ ਇਮੀਗ੍ਰੇਸ਼ਨ ਨੂੰ ਲੈ ਕੇ। ਇਹਨਾਂ ਸਭ ਚੀਜ਼ਾਂ ਨੂੰ ਦੇਖ ਕੇ ਇਹ ਜ਼ਰੂਰ ਲੱਗਦਾ ਹੈ ਕਿ ਅਮਰੀਕਾ ਦਾ ਵੀਜ਼ਾ ਲੈਣਾ ਹੁਣ ਇੱਕ ਆਮ ਜੀ ਗੱਲ ਨਹੀਂ ਹੈ, ਇਹ ਬਹੁਤ ਔਖਾ ਹੈ। ਵੈਸੇ ਤਾਂ ਇਹ ਔਖਾ ਪਹਿਲਾਂ ਵੀ ਸੀਗਾ, ਪਰ ਇੰਨਾ ਜ਼ਿਆਦਾ ਔਖਾ ਨਹੀਂ ਸੀ ਜੋ ਅੱਜ ਦੇ ਸਮੇਂ ਵਿੱਚ ਇਸ ਦੇ ਹਾਲਾਤ ਬਣ ਚੁੱਕੇ ਨੇ। ਯਾਨੀ ਕਿ ਅਗਰ ਤੁਸੀਂ ਅਮਰੀਕਾ ਦਾ ਵੀਜ਼ਾ ਅਪਲਾਈ ਕਰਦੇ ਹੋ ਤੇ ਤੁਹਾਡੇ ਉੱਤੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਤੁਹਾਡੇ ਉੱਤੇ ਨਿਗਰਾਨੀ ਰਹਿੰਦੀ ਹੈ। ਰਿਸਟ੍ਰਿਕਸ਼ਨ ਇੱਦਾਂ ਨਹੀਂ ਕਿ ਤੁਹਾਨੂੰ ਬੰਦ ਕੀਤਾ ਹੋਏਗਾ, ਕਿਸੇ ਚੀਜ਼ ਨੂੰ ਲੈ ਕੇ ਪਾਬੰਦੀ ਹੋਏਗੀ। ਯਾਨੀ ਕਿ ਕੁਝ ਖਾਸ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪਏਗਾ ਜੋ ਤੁਹਾਡਾ ਵੀਜ਼ਾ ਰੱਦ ਨਾ ਕਰ ਸਕੇ। ਜਿਵੇਂ ਮੈਂ ਪਹਿਲਾਂ ਵੀ ਕਿੰਨੀ ਵਾਰ ਕਿਹਾ ਕਿ ਸੋਸ਼ਲ ਮੀਡੀਆ ਇੱਕ ਨਵਾਂ ਜੋ ਨਿਯਮ ਉਹਨਾਂ ਨੇ ਲਾਗੂ ਕੀਤਾ, ਜਿਸ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਜਾਂਚ ਕੀਤੀ ਜਾਏਗੀ, ਤੁਹਾਡਾ ਪੂਰਾ ਸਟੇਟਸ ਚੈੱਕ ਕੀਤਾ ਜਾਏਗਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋ। ਉਸ ਵਿੱਚ ਕੋਈ ਐਸੀ ਗਤੀਵਿਧੀ ਤਾਂ ਨਹੀਂ ਕਰਦੇ ਕਿ ਤੁਹਾਡੇ ਦਿਲ ਵਿੱਚ ਜਾਂ ਤੁਸੀਂ ਅਮਰੀਕਾ ਨੂੰ ਨਫ਼ਰਤ ਤਾਂ ਨਹੀਂ ਕਰਦੇ, ਅਮਰੀਕਾ ਵਿਰੋਧੀ ਤਾਂ ਨਹੀਂ ਹੋ। अगर ऐसी कोई भी चीज़ अमेरिका ਨੂੰ पता चलती है तो ਤੁਹਾਨੂੰ कभी भी वीज़ा नहीं मिलेगा। और वीज़े ਨੂੰ ਲੈ ਕੇ ਇੱਕ ਵਾਰ ਫਿਰ ਤੋਂ ਇੱਕ ਨਵਾਂ ਨਿਯਮ ਜਿਹੜਾ ਹੈ ਉਹ ਲਾਗੂ ਹੋਣ ਜਾ ਰਿਹਾ, ਜਿਸ ਦਾ ਐਲਾਨ ਕਰ ਦਿੱਤਾ ਗਿਆ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ। ਜੀ ਹਾਂ, ਸੋ ਅਮਰੀਕੀ ਵਿਦੇਸ਼ ਵਿਭਾਗ ਨੇ 2 ਸਤੰਬਰ 2025 ਤੋਂ ਗੈਰ ਪ੍ਰਵਾਸੀ ਵੀਜ਼ਾ ਲਈ ਇੰਟਰਵਿਊ ਛੋਟ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਹੁਣ ਜ਼ਿਆਦਾਤਰ ਲੋਕਾਂ ਨੂੰ ਅਮਰੀਕੀ ਦੂਤਾਵਾਸ ਜਾਂ ਕੰਸੂਲੇਟ ਜਾਣਾ ਪਵੇਗਾ ਅਤੇ ਨਿੱਜੀ ਤੌਰ ਤੇ ਇੰਟਰਵਿਊ ਦੇਣੀ ਪਵੇਗੀ। ਪਹਿਲਾਂ ਇਸ ਇੰਟਰਵਿਊ ਵਿੱਚ ਕਾਫੀ ਜਾਣਿਆਂ ਨੂੰ ਛੋਟ ਸੀ, ਪਰ ਹੁਣ ਐਸਾ ਨਹੀਂ ਹੋਏਗਾ। ਇਹ ਬਦਲਾਅ ਬੱਚਿਆਂ ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਅਤੇ ਬਜ਼ੁਰਗ ਜੋ 79 ਸਾਲ ਤੋਂ ਵੱਧ ਦੇ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕਰੇਗਾ। ਯਾਨੀ ਕਿ ਉਹਨਾਂ ਨੂੰ ਵੀ ਇੰਟਰਵਿਊ ਦੇਣਾ ਪਵੇਗਾ ਜਿਨ੍ਹਾਂ ਨੂੰ ਪਹਿਲਾਂ ਇੰਟਰਵਿਊ ਤੇ ਛੋਟ ਦਿੱਤੀ ਗਈ ਸੀ। ਯਾਨੀ ਕਿ ਪਹਿਲਾਂ ਜੋ 14 ਸਾਲ ਤੋਂ ਘੱਟ ਉਮਰ ਦੇ ਬੱਚੇ ਸੀ ਜਾਂ ਫਿਰ 79 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਸੀ, ਉਹ ਇੰਟਰਵਿਊ ਤੇ ਬਚੇ ਹੋਏ ਸੀ, ਪਰ ਹੁਣ ਉਹਨਾਂ ਨੂੰ ਵੀ ਇਸ ਦਾ ਪ੍ਰਭਾਵ ਸਹਿਣਾ ਪਵੇਗਾ। ਯਾਨੀ ਕਿ ਉਹ ਵੀ ਇਸ ਤੋਂ ਪ੍ਰਭਾਵਿਤ ਹੋਣਗੇ ਤੇ ਇੰਟਰਵਿਊ ਦੇਣਾ ਪਏਗਾ। ਹਾਲਾਂਕਿ ਕੁਝ ਖਾਸ ਮਾਮਲਿਆਂ ਦੇ ਵਿੱਚ ਇੰਟਰਵਿਊ ਜਿਹੜੀ ਹੈ ਉਹ ਛੋਟ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਇਹਨਾਂ ਦੇ ਵਿੱਚ ਤੁਹਾਨੂੰ ਦੱਸ ਦਵਾਂ ਕਿ A1, A2, C3 ਪਰ ਨਿੱਜੀ ਕਰਮਚਾਰੀਆਂ ਨੂੰ ਛੱਡ ਕੇ। ਉਸ ਤੋਂ ਬਾਅਦ G1 ਅਤੇ G4 ਨਾਟੋ ਯਾਨੀ NATO 1 ਅਤੇ NATO 6 ਅਤੇ TECROE 1 ਵੀਜ਼ਾ ਲਈ ਬਿਨੈਕਾਰ ਸ਼ਾਮਲ ਹਨ। ਇਹ ਵੀਜ਼ੇ ਮੁੱਖ ਤੌਰ ਤੇ ਕੂਟਨੀਤਿਕ ਜਾਂ ਸਰਕਾਰੀ ਕੰਮ ਲਈ ਹਨ। ਇਸ ਤੋਂ ਇਲਾਵਾ ਜਿਨ੍ਹਾਂ ਦੇ ਕੋਲ ਪੂਰੀ ਤਰ੍ਹਾਂ ਵੈਧ ਯਾਨੀ B1, B2 ਅਤੇ ਇਸ ਤੋਂ ਇਲਾਵਾ ਮੈਕਸੀਕਨ ਨਾਗਰਿਕਾਂ ਲਈ ਬਾਰਡਰ ਕ੍ਰੋਸਿੰਗ ਕਾਰਡ ਹੈ ਅਤੇ ਜਿਨ੍ਹਾਂ ਦਾ ਵੀਜ਼ਾ 12 ਮਹੀਨਿਆਂ ਦੇ ਅੰਦਰ ਖਤਮ ਹੋ ਗਿਆ, ਉਹ ਵੀ ਇੰਟਰਵਿਊ ਛੋਟ ਲਈ ਯੋਗ ਹੋ ਸਕਦੇ ਹਨ, ਪਰ ਕੁਝ ਸਖਤ ਸ਼ਰਤਾਂ ਦੇ ਨਾਲ। ਯਾਨੀ ਕਿ ਅਗਰ ਉਹਨਾਂ ਨੂੰ ਇਸ ਚੀਜ਼ ਤੇ ਛੋਟ ਮਿਲ ਰਹੀ ਹੈ, ਪਰ ਉਸ ਦੇ ਨਾਲ ਕੁਝ ਸ਼ਰਤਾਂ ਵੀ ਲਾਗੂ ਨੇ। ਅਗਰ ਉਹ ਸ਼ਰਤਾਂ ਪੂਰੀਆਂ ਹੋਣਗੀਆਂ ਤਾਂ ਹੀ ਇਹਨਾਂ ਵੀਜ਼ਾ ਧਾਰਕਾਂ ਨੂੰ ਇਸ ਤੋਂ ਛੋਟ ਮਿਲ ਪਾਏਗੀ। ਇਹਨਾਂ ਸ਼ਰਤਾਂ ਵਿੱਚ ਸ਼ਾਮਲ ਹੈ ਕਿ ਬਿਨੈਕਾਰ ਨੂੰ ਉਸ ਦੇਸ਼ ਤੋਂ ਅਰਜ਼ੀ ਦੇਣੀ ਪਵੇਗੀ ਜਿਸ ਦਾ ਉਹ ਨਾਗਰਿਕ ਹੈ ਜਾਂ ਜਿਸ ਵਿੱਚ ਉਹ ਰਹਿ ਰਿਹਾ ਹੈ। ਉਸ ਨੂੰ ਪਹਿਲਾਂ ਵੀਜ਼ਾ ਦੇਣ ਤੋਂ ਇਨਕਾਰ ਨਹੀਂ ਕੀਤਾ ਹੋਣਾ ਚਾਹੀਦਾ, ਪਹਿਲਾਂ ਉਹਦੀ ਕਦੀ ਰਿਜੈਕਸ਼ਨ ਨਹੀਂ ਹੋਣੀ ਚਾਹੀਦੀ, ਅਤੇ ਜੇਕਰ ਅਜਿਹਾ ਹੈ ਤਾਂ ਇਨਕਾਰ ਨੂੰ ਅਧਿਕਾਰਤ ਤੌਰ ਤੇ ਉਲਟਾ ਦਿੱਤਾ ਜਾਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਇਸ ਵਿੱਚ ਕੋਈ ਹੋਰ ਸੰਭਾਵੀ ਤੌਰ ਤੇ ਇਤਰਾਜ਼ਯੋਗ ਚੀਜ਼ ਵੀ ਨਹੀਂ ਹੋਣੀ ਚਾਹੀਦੀ। ਹਾਲਾਂਕਿ ਭਾਵੇਂ ਕੋਈ ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰੇ, ਵੀਜ਼ਾ ਅਧਿਕਾਰੀ ਫਿਰ ਵੀ ਇਹ ਫੈਸਲਾ ਕਰ ਸਕਦੇ ਹਨ ਕਿ ਉਸ ਨੂੰ ਇੰਟਰਵਿਊ ਲਈ ਬੁਲਾਉਣਾ ਹੈ ਜਾਂ ਨਹੀਂ ਬੁਲਾਉਣਾ। ਯਾਨੀ ਕਿ ਸਭ ਕੁਝ ਨਿਰਭਰ ਹੋਏਗਾ ਵੀਜ਼ਾ ਅਧਿਕਾਰੀਆਂ ਦੇ ਉੱਪਰ। ਉਹ ਇਮੀਗ੍ਰੇਸ਼ਨ ਏਜੰਟ ਜਾਂ ਇਮੀਗ੍ਰੇਸ਼ਨ ਅਧਿਕਾਰੀ ਤੁਹਾਡਾ ਇਸ ਫੈਸਲੇ ਨੂੰ ਕਰਨਗੇ, ਜਾਂ ਫਿਰ ਤੁਹਾਡੇ ਜੋ ਇੰਟਰਵਿਊ ਹੋਏਗਾ ਉਹ ਪਾਸ ਹੋਣਾ ਕਿ ਨਹੀਂ ਹੋਣਾ, ਇਹ ਸਭ ਕੁਝ ਉਹਨਾਂ ਦੇ ਥਰੂ ਹੋਏਗਾ। ਵੀਜ਼ਾ ਅਧਿਕਾਰੀ ਇਹ ਤੈਅ ਕਰਨਗੇ ਕਿ ਤੁਹਾਨੂੰ ਵੀਜ਼ਾ ਦੇਣਾ ਹੈ ਜਾਂ ਨਹੀਂ ਦੇਣਾ, ਜਾਂ ਫਿਰ ਤੁਹਾਨੂੰ ਇੰਟਰਵਿਊ ਤੇ ਸੱਦਣਾ ਹੈ ਜਾਂ ਨਹੀਂ ਸੱਦਣਾ। ਯਾਨੀ ਇੰਟਰਵਿਊ ਜ਼ਰੂਰੀ ਹੋ ਸਕਦਾ ਹੈ ਭਾਵੇਂ ਤੁਸੀਂ ਯੋਗ ਹੋ। ਸਾਰੇ ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਨਤਮ ਜਾਣਕਾਰੀ ਅਤੇ ਮੁਲਾਕਾਤ ਦੀ ਉਪਲਬਧਤਾ ਦੀ ਜਾਂਚ ਕਰਨ ਲਈ ਆਪਣੇ ਨਜ਼ਦੀਕੀ ਅਮਰੀਕੀ ਦੂਤਾਵਾਸ ਜਾਂ ਕੰਸੂਲੇਟ ਦੀ ਵੈਬਸਾਈਟ ਤੇ ਜਾਣ। ਇਹ ਨਵਾਂ ਨਿਯਮ ਜੋ ਹੈ 18 ਫਰਵਰੀ 2025 ਨੂੰ ਲਾਗੂ ਹੋਏ ਪੁਰਾਣੇ ਛੋਟ ਨਿਯਮਾਂ ਦੀ ਥਾਂ ਲਵੇਗਾ। ਸੋ ਇਸ ਨਵੇਂ ਨਿਯਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਮਰ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਯਾਨੀ ਕਿ 14 ਸਾਲ ਤੋਂ ਘੱਟ ਉਮਰ ਦੇ 79 ਸਾਲ ਤੋਂ ਵੱਧ ਉਮਰ ਦੇ ਹੁਣ ਜੋ ਲੋਕ ਸੀ ਉਹਨਾਂ ਨੂੰ ਵੀ ਇੰਟਰਵਿਊ ਦੇਣਾ ਪਵੇਗਾ। ਇਹਨਾਂ ਬਿਨੈਕਾਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਇੱਕ ਹਿਸਾਬ ਦੇ ਨਾਲ।
ਸੋ ਇਸ ਇੰਟਰਵਿਊ ਦੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ ਜੋ 2 ਸਤੰਬਰ ਤੋਂ ਲਾਗੂ ਹੋਣਗੀਆਂ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਸੇ ਨਿਯਮ ਨੇ ਜੋ ਕਿ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਬਦਲੇ ਹੋਏ ਨਜ਼ਰ ਆਉਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਜਿਨ੍ਹਾਂ ਨੇ ਪਹਿਲਾਂ ਇਮੀਗ੍ਰੇਸ਼ਨ ਨੂੰ ਲੈ ਕੇ ਸਖਤੀ ਕੀਤੀ, ਉਸ ਤੋਂ ਬਾਅਦ ਟੈਕਸ यानी कि टैरिफ ਨੂੰ ਲੈ ਕੇ ਵੀ ਉਹ ਲਗਾਤਾਰ ਆਪਣੇ ਨਵੇਂ ਬਿਆਨ ਲੈ ਕੇ ਆਉਂਦੇ ਰਹਿੰਦੇ ਨੇ ਅਤੇ ਇਸ ਨੂੰ ਉਹਨਾਂ ਨੇ 2 ਅਪ੍ਰੈਲ ਨੂੰ ਬਹੁਤ ਸਾਰੇ ਦੇਸ਼ਾਂ ਤੇ ਲਾਗੂ ਵੀ ਕਰ ਦਿੱਤਾ ਸੀਗਾ। ਪਰ ਕੁਝ ਸਮਾਂ ਪਾ ਕੇ ਯਾਨੀ ਕਿ ਇਸ ਵਿੱਚ 90 ਦਿਨਾਂ ਦਾ ਸਮਾਂ ਪਾ ਕੇ ਉਹਨਾਂ ਨੇ ਇਹਨਾਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਜੋ ਕਿ ਅਗਸਤ ਤੱਕ ਪਹੁੰਚ ਗਿਆ। ਹੁਣ 1 ਅਗਸਤ यानी कि जिस में सिर्फ एक ही दिन बाकी है और एक दिन बाद ये टैक्स सारे देशों ते लागू हो जाएंगे। 1 अगस्त तो पहला बहुत सारे देशों ने डोनाल्ड ट्रंप दे नाल गलबात करने की कोशिश की, अपने व्यापार समझौते नूं वधाया ਅਤੇ ਇਸ ਵਪਾਰ ਸਮਝੌਤੇ ਦੇ ਵਿੱਚ ਇੱਕ ਤੈਅ ਤੱਕ ਪਹੁੰਚੇ ਜਿਸ ਵਿੱਚ ਦੋਨਾਂ ਧਿਰਾਂ ਨੇ ਆਪਸ ਵਿੱਚ ਇੱਕ ਰਲਵਾ ਮਿਲਵਾ ਸੁਝਾਅ ਰੱਖਿਆ ਤੇ ਇੱਕ ਦੂਸਰੇ ਦੇ ਉੱਤੇ ਟੈਕਸ ਲਗਾਏ ਸੀਗੇ, ਜਿਸ ਵਿੱਚ ਜਾਪਾਨ ਵੀ ਸ਼ਾਮਲ ਹੈ। ਜਾਪਾਨ ਦੇ ਨਾਲ ਵੀ ਚੰਗਾ ਜਿਹੜਾ ਵਪਾਰਕ ਸਮਝੌਤਾ ਅਮਰੀਕਾ ਦਾ ਹੋ ਚੁੱਕਿਆ ਹੈ। ਪਰ ਜੇ ਮੈਂ ਗੱਲ ਕਰਾਂ ਇੱਥੇ ਭਾਰਤ ਦੀ ਤੇ ਭਾਰਤ ਨਾਲ ਹਲੇ ਤੱਕ ਕੋਈ ਵੀ ਵਪਾਰਕ ਸਮਝੌਤਾ ਨਹੀਂ ਹੋ ਪਾਇਆ ਹੈ। ਇਹ ਵਪਾਰਕ ਸਮਝੌਤੇ ਦੀ ਗੱਲਬਾਤ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਫਿਰ ਵੀ ਹਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈ। ਇਸ ਕਰਕੇ ਸਿਰਫ 1 ਦਿਨ ਬਾਕੀ ਹੈ। ਹੁਣ ਇਹ ਦੇਖਣਾ ਵੀ ਬਾਕੀ ਹੈ ਕਿ 1 ਦਿਨ ਬਾਅਦ यानी 1 ਅਗਸਤ ਨੂੰ ਭਾਰਤ ਤੇ ਅਮਰੀਕਾ ਟੈਕਸ ਲਗਾਏਗਾ ਜਾਂ ਨਹੀਂ ਲਗਾਏਗਾ। ਪਰ ਜੇ ਮੈਂ ਪਿਛਲੀਆਂ ਗੱਲ ਕਰਾਂ ਜਦੋਂ ਟੈਕਸ ਦਾ ਐਲਾਨ ਕੀਤਾ ਗਿਆ ਸੀ 2 ਅਪ੍ਰੈਲ ਨੂੰ ਡੋਨਾਲਡ ਟਰੰਪ ਦੇ ਵੱਲੋਂ, ਉਸ ਵਿੱਚ ਭਾਰਤ ਦਾ ਨਾਮ ਸ਼ਾਮਲ ਸੀਗਾ ਤੇ ਭਾਰਤ ਉੱਤੇ 25% ਟੈਕਸ ਲਗਾਇਆ ਗਿਆ ਸੀਗਾ। ਹੁਣ ਦੁਬਾਰਾ ਤੋਂ ਇਹ ਟੈਕਸ ਦਾ ਐਲਾਨ ਹੋ ਜਾਏਗਾ यानी कि डोनाल्ड ट्रंप वालों साफ कर दिया गया कि 1 अगस्त तक सब देशों के उत्ते टैक्स लग जाएगा। जो भी गलबात होएगी 1 अगस्त तो पहला होएगी ਅਤੇ गलबात का पीरियड भी ਹੁਣ खत्म हो चुकिया है। पर किते ना किते ਇਹ भी कहा गया ਸੀਗਾ कि टैक्स लागू होने तो बाद 1 अगस्त ਨੂੰ अगर कोई देश अपने ਵਪਾਰਕ ਸਮਝੌਤੇ ਬਾਰੇ ਕੋਈ ਵੀ ਗੱਲਬਾਤ ਕਰਨਾ ਚਾਹੁੰਦਾ ਹੈ ਤੇ ਉਹ ਵੀ ਗੱਲ ਹੋ ਸਕੇਗੀ 1 ਅਗਸਤ ਤੋਂ ਬਾਅਦ। ਸੋ ਇਸ ਵਿੱਚ ਕਿਹੜੇ ਦੋਸ਼ ਹੋਣਗੇ ਇਹ ਤਾਂ ਨਹੀਂ ਪਤਾ ਪਰ ਆਲਮੋਸਟ ਬਹੁਤ ਸਾਰੇ ਦੇਸ਼ਾਂ ਨੇ ਗੱਲਬਾਤ ਕਰ ਲਈ ਹੈ। ਭਾਰਤ ਦਾ ਹਲੇ ਤੱਕ ਇਸ ਉੱਤੇ ਨੰਬਰ ਨਹੀਂ ਲੱਗ ਪਾ ਰਿਹਾ। ਫਿਲਹਾਲ ਦੋਨਾਂ ਦੇਸ਼ਾਂ ਦੀ ਧਿਰਾਂ ਜਿਹੜੀਆਂ ਨੇ ਆਪਸ ਵਿੱਚ ਗੱਲਬਾਤ ਕਰ ਰਹੀਆਂ ਨੇ, ਇੱਕ ਸਮਝੌਤੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਇਹ ਸਮਝੌਤਾ ਕਦੋਂ ਪੂਰਾ ਹੋਏਗਾ ਇਹ ਵੀ ਹਲੇ ਬਾਕੀ ਹੈ। ਤੁਹਾਨੂੰ ਦੱਸਦਾ ਕਿ ਇਸ ਸਭ ਦੇ ਵਿੱਚ ਡੋਨਾਲਡ ਟਰੰਪ ਨੇ ਭਾਰਤ ਨੂੰ ਇੱਕ ਹਿਸਾਬ ਦੀ ਚੇਤਾਵਨੀ ਦੇ ਦਿੱਤੀ ਹੈ। ਡੋਨਾਲਡ ਟਰੰਪ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਚੇਤਾਵਨੀ ਦਿੰਦੇ ਹੋਏ ਇਹ ਕਿਹਾ ਹੈ ਕਿ ਜੇਕਰ 1 ਅਗਸਤ ਤੱਕ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਨਹੀਂ ਹੁੰਦਾ ਤਾਂ ਉਹ ਭਾਰਤੀ ਦਰਾਮਦਾਂ यानी कि ਵਸਤਾਂ ਦੇ ਉੱਤੇ 20 ਤੋਂ 25% ਤੱਕ ਟੈਰਿਫ ਲਗਾਉਣਗੇ। ਟਰੰਪ ਨੇ 에ਅਰਫੋਰਸ 1 ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਬਾਰੇ ਕਿਹਾ ਕਿ ਉਹਨਾਂ ਨੂੰ ਲੱਗਦਾ ਕਿ ਭਾਰਤ ਇੱਕ ਚੰਗਾ ਦੋਸਤ ਹੈ ਪਰ ਇਸਨੇ ਲਗਭਗ ਹਰ ਦੇਸ਼ ਨਾਲੋਂ ਵੱਧ ਟੈਰਿਫ ਲਗਾਏ ਹਨ। ਇਹ ਗੱਲ ਡੋਨਾਲਡ ਟਰੰਪ ਸ਼ੁਰੂ ਤੋਂ ਕਹਿੰਦੇ ਆਏ ਨੇ। ਜਦੋਂ ਉਹਨਾਂ ਨੇ ਆਪਣੀ ਚੋਣ ਰੈਲੀ ਵੀ ਕੀਤੀ ਸੀ ਜਾਂ ਫਿਰ ਉਹ ਰਾਸ਼ਟਰਪਤੀ ਬਣੇ ਸੀ ਉਸ ਦੌਰਾਨ ਵੀ ਉਹਨਾਂ ਨੇ ਭਾਰਤ ਨੂੰ ਇਹ ਕਹਿ ਕੇ ਸੰਬੋਧਨ ਕੀਤਾ ਸੀ ਕਿ ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਟੈਕਸ ਲੈਣ ਵਾਲਾ ਦੇਸ਼ ਹੈ ਅਤੇ ਇਸ ਕਰਕੇ ਭਾਰਤ ਉੱਤੇ ਵੀ ਉਨਾ ਟੈਕਸ ਲੱਗੇਗਾ ਜਿੰਨਾ ਭਾਰਤ ਅਮਰੀਕਾ ਤੇ ਲਗਾਏਗਾ। ਇਸੇ ਕਰਕੇ ਉਹਨਾਂ ਨੇ ਆਪਣੇ ਇਸ ਬਿਆਨ ਵਿੱਚ ਵੀ ਇਹ ਗੱਲ ਕਹੀ ਹੈ ਕਿ ਭਾਰਤ ਇੱਕ ਚੰਗਾ ਦੋਸਤ ਹੈ ਪਰ ਇਸਨੇ ਲਗਭਗ ਹਰ ਦੇਸ਼ ਨਾਲੋਂ ਵੱਧ ਜਿਹੜਾ ਟੈਕਸ ਲਗਾਇਆ। ਇਹ ਹੁਣ ਹੋਰ ਨਹੀਂ ਚੱਲ ਸਕਦਾ। ਇਸ ਧਮਕੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਅਮਰੀਕਾ ਨੂੰ 1 ਅਗਸਤ ਦੀ ਸਮਾਂ ਸੀਮਾ ਵਧਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਭਾਰਤ ਅਮਰੀਕਾ ਦੇ ਨਾਲ ਇੱਕ ਸਿੱਟੇ ਤੇ ਪਹੁੰਚ ਸਕੇ, ਅਮਰੀਕਾ ਦੇ ਨਾਲ ਕੋਈ ਵਪਾਰਕ ਸਮਝੌਤਾ ਹੋ ਸਕੇ। ਇੱਕ ਦਿਨ ਵਿੱਚ ਕੋਈ ਵੀ ਵਪਾਰਕ ਸਮਝੌਤਾ ਹੋਣ ਦੀ ਕੋਈ ਉਮੀਦ ਨਹੀਂ ਜਤਾਈ ਜਾ ਰਹੀ ਹੈ। ਇਸ ਕਰਕੇ ਭਾਰਤ ਸਰਕਾਰ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ 1 ਅਗਸਤ ਤੋਂ ਟਾਈਮ ਨੂੰ ਵਧਾਇਆ ਜਾ ਦੇਵੇ। ਇਸ ਤੋਂ ਇਲਾਵਾ ਸਰਕਾਰੀ ਸੂਤਰ ਇਹ ਦੱਸਦੇ ਨੇ ਕਿ ਭਾਰਤ ਚਾਹੁੰਦਾ ਹੈ ਕਿ 25 ਅਗਸਤ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਅਗਲੇ ਦੌਰ ਦੀ ਗੱਲਬਾਤ ਤੱਕ ਸਮਝੌਤੇ ਦੀ ਸੰਭਾਵਨਾ ਬਣੀ ਰਹੇ। ਇੱਕ ਸੀਨੀਅਰ ਭਾਰਤੀ ਸਰਕਾਰੀ ਅਧਿਕਾਰੀ ਨੇ ਇਸ ਬਾਰੇ ਦੱਸਿਆ ਹੈ ਕਿ ਦੋਵੇਂ ਧਿਰਾਂ ਗੱਲਬਾਤ ਵਿੱਚ ਰੁੱਝੀਆਂ ਹੋਈਆਂ ਹਨ। ਅਜੇ ਵੀ 2 ਦਿਨ ਬਾਕੀ ਹਨ, ਕੁਝ ਵੀ ਹੋ ਸਕਦਾ ਹੈ। ਉਮੀਦ ਹੈ ਕਿ ਅਮਰੀਕਾ ਸਮਾਂ ਦੇਵੇਗਾ ਪਰ ਅੰਤਿਮ ਫੈਸਲਾ ਉੱਥੋਂ ਦੀ ਸਰਕਾਰ ਨੇ ਲੈਣਾ ਹੈ। ਹੁਣ ਇਹ ਦੇਖਣਾ ਹੋਏਗਾ ਕਿ ਅਮਰੀਕਾ ਸਰਕਾਰ ਭਾਰਤ ਨੂੰ ਸਮਾਂ ਦਿੰਦੀ ਹੈ ਜਾਂ ਨਹੀਂ ਦਿੰਦੀ। ਪਰ ਫਿਲਹਾਲ ਭਾਰਤ ਨੂੰ ਸਮਾਂ ਦੇਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ ਧਮਕੀ ਜ਼ਰੂਰ ਦੇ ਦਿੱਤੀ ਹੈ। ਅਮਰੀਕੀ ਵਪਾਰ ਪ੍ਰਤੀਨਿਧੀ यानी कि USTR ਜੈਮਿਸਨ ਗ੍ਰੀਰ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਅਮਰੀਕਾ ਨੂੰ ਭਾਰਤ ਨਾਲ ਹੋਰ ਗੱਲਬਾਤ ਕਰਨ ਦੀ ਲੋੜ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਦੇਖਣਾ ਵੀ ਬਾਕੀ ਹੈ ਕਿ ਭਾਰਤ ਸਰਕਾਰ ਇਸ ਸਮਝੌਤੇ ਲਈ ਕਿੰਨੀ ਮਹੱਤਵਪੂਰਨ ਹੈ। ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਦੇ ਪ੍ਰਸਤਾਵ ਨੂੰ ਸਵੀਕਾਰ ਕਰਨਾ ਹੈ ਜਾਂ ਟੈਰਿਫ ਲਗਾਉਣਾ ਹੈ, ਇਸ ਬਾਰੇ ਅੰਤਿਮ ਫੈਸਲਾ ਰਾਸ਼ਟਰਪਤੀ ਟਰੰਪ ਖੁਦ ਕਰਨਗੇ। ਇਸ ਤੋਂ ਬਾਅਦ ਇਹ ਐਲਾਨ ਹੋਏਗਾ ਕਿ ਭਾਰਤ ਉੱਤੇ ਕਿੰਨਾ ਟੈਰਿਫ ਲੱਗੇਗਾ ਜਾਂ ਭਾਰਤ ਉੱਤੇ ਕੋਈ ਵੀ ਟੈਰਿਫ ਨਹੀਂ ਲੱਗੇਗਾ। ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਅਮਰੀਕਾ ਦੇ ਨਾਲ ਸਮਝੌਤੇ ਦੀ ਕੀਮਤ ਪੂਰੀ ਤਰ੍ਹਾਂ ਖੁੱਲੀ ਮਾਰਕੀਟ ਹੈ। ਟਰੰਪ ਪ੍ਰਸ਼ਾਸਨ ਦਾ ਮੁੱਖ ਤਰਕ ਇਹ ਹੈ
ਕਿ ਅਮਰੀਕਾ ਨੂੰ ਭਾਰਤ ਨਾਲ ਵਪਾਰ ਵਿੱਚ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਇਹ ਟੈਕਸ ਵੀ ਲਗਾਏ ਜਾ ਰਹੇ ਨੇ। ਅਗਰ ਮੈਂ ਨੁਕਸਾਨ ਦੀ ਗੱਲ ਕਰਾਂ ਤੇ 2024 ਦੇ ਵਿੱਚ ਅਮਰੀਕਾ ਨੇ ਭਾਰਤ ਤੋਂ 87.4 ਬਿਲੀਅਨ ਡਾਲਰ ਦੇ ਸਮਾਨ ਦਾ ਆਯਾਤ ਕੀਤਾ, ਜਦਕਿ ਭਾਰਤ ਨੇ ਅਮਰੀਕਾ ਤੋਂ ਸਿਰਫ 41.8 ਬਿਲੀਅਨ ਡਾਲਰ ਦਾ ਆਯਾਤ ਕੀਤਾ। ਇਸ ਤਰ੍ਹਾਂ ਅਮਰੀਕਾ ਨੂੰ 45.7 ਬਿਲੀਅਨ ਡਾਲਰ ਦਾ ਵਪਾਰ ਘਾਟਾ ਵੀ ਪਿਆ। ਇਹ ਬਹੁਤ ਜ਼ਿਆਦਾ ਵੱਡਾ ਘਾਟਾ ਹੈ। ਇਸੇ ਘਾਟੇ ਨੂੰ ਘਟਾਉਣ ਵਾਸਤੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੜੇ ਨੇ ਉਹ ਭਾਰਤ ਨਾਲ ਇੱਕ ਵਪਾਰ ਸਮਝੌਤਾ ਕਰਨਾ ਚਾਹੁੰਦੇ ਨੇ, ਜਿਸ ਵਿੱਚ ਨਾ ਅਮਰੀਕਾ ਨੂੰ ਨੁਕਸਾਨ ਪਹੁੰਚੇ ਅਤੇ ਨਾ ਹੀ ਭਾਰਤ ਨੂੰ। ਸੋ ਭਾਰਤ ਤੋਂ ਅਮਰੀਕਾ ਦੇ ਮੁੱਖ ਆਯਾਤ ਦੇ ਵਿੱਚ ਦਵਾਈਆਂ ਸ਼ਾਮਲ ਨੇ, ਮੋਬਾਈਲ ਅਤੇ ਸੰਚਾਰ ਉਪਕਰਨ ਦੇ ਨਾਲ-ਨਾਲ ਕੱਪੜੇ ਵੀ ਸ਼ਾਮਲ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਭਾਰਤ ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੋਵੇ। ਇਸ ਤੋਂ ਪਹਿਲਾਂ ਵੀ ਉਹਨਾਂ ਨੇ 2 ਅਪ੍ਰੈਲ 2025 ਨੂੰ ਭਾਰਤ ਤੋਂ ਆਯਾਤ ਤੇ 26% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਬਾਅਦ ਵਿੱਚ ਰੋਕ ਦਿੱਤਾ ਗਿਆ ਸੀਗਾ। ਫਿਲਹਾਲ ਇਹ ਹਰ ਇੱਕ ਦੇਸ਼ ਲਈ ਰੋਕ ਦਿੱਤਾ ਗਿਆ ਸੀ। ਹਾਲਾਂਕਿ ਹੁਣ ਇੱਕ ਵਾਰ ਫਿਰ ਉਹਨਾਂ ਨੇ ਸਿੱਧੇ ਦਬਾਅ ਪਾਉਣ ਦੀ ਰਣਨੀਤੀ ਅਪਣਾਈ ਹੈ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਗਰ 1 ਅਗਸਤ ਤੋਂ ਪਹਿਲਾਂ ਕੋਈ ਵੀ ਫੈਸਲਾ ਨਹੀਂ ਹੁੰਦਾ ਤੇ ਭਾਰਤ ਨੂੰ ਟੈਕਸ ਦੇਣਾ ਪਵੇਗਾ। ਫਿਲਹਾਲ ਅਮਰੀਕਾ ਵੱਲੋਂ ਭਾਰਤ ਬਾਰੇ ਕੋਈ ਵੀ ਅਧਿਕਾਰਤ ਪੱਤਰ ਜਾਂ ਨੋਟਿਸ ਨਹੀਂ ਭੇਜਿਆ ਗਿਆ। ਭਾਰਤ ਦੇ ਵਣਜ ਮੰਤਰੀ ਨੇ ਪਿਛਲੇ ਹਫ਼ਤੇ ਉਮੀਦ ਜਤਾਈ ਸੀ ਕਿ ਟਰੰਪ ਵੱਲੋਂ ਨਿਰਧਾਰਿਤ 1 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਇੱਕ ਵਪਾਰ ਸਮਝੌਤਾ ਹੋ ਸਕਦਾ ਹੈ, ਪਰ ਹਾਲੇ ਤੱਕ ਇਹ ਸਮਝੌਤਾ ਹੋਇਆ ਨਜ਼ਰ ਨਹੀਂ ਆ ਰਿਹਾ। ਪਰ ਟਰੰਪ ਨੇ ਇਸ ਨਵੇਂ ਬਿਆਨ ਨੇ ਭਾਰਤ ਸਰਕਾਰ ਲਈ ਕੂਟਨੀਤਿਕ ਚੁਣੌਤੀਆਂ ਨੂੰ ਹੋਰ ਵੀ ਵਧਾ ਦਿੱਤਾ ਹੈ। ਹੁਣ ਇਹ ਵੀ ਦੇਖਣਾ ਦਿਲਚਸਪ ਹੋਵੇਗਾ ਕਿ ਨਵੀਂ ਦਿੱਲੀ ਇਸ ਤੇ ਕਿਵੇਂ ਪ੍ਰਤੀਕਿਰਿਆ ਦਿੰਦੀ ਹੈ ਅਤੇ ਕੀ ਦੋਵੇਂ ਦੇ ਸਮਝੌਤੇ ਵੱਲ ਫੈਸਲਾਕੁਨ ਕਦਮ ਚੁੱਕਣ ਦੇ ਯੋਗ ਹੋਣਗੇ ਜਾਂ ਨਹੀਂ ਹੋਣਗੇ ਅਤੇ ਅੰਤ ਵਿੱਚ ਦੋਨਾਂ ਵਿੱਚ ਕੀ ਫੈਸਲਾ ਆਏਗਾ। ਸੋ ਇਸ ਸਮੇਂ ਦੀ ਇੱਕ ਹੋਰ ਵੱਡੀ ਖਬਰ ਇਹ ਸਾਹਮਣੇ ਆਈ ਹੈ, ਜਿਸ ਵਿੱਚ ਭੂਚਾਲ ਦੇ ਝਟਕਿਆਂ ਨੇ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਔਰ ਇੰਨੇ ਖਤਰਨਾਕ ਭੂਚਾਲ ਦੇ ਝਟਕੇ ਕਿ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ ਹੈ, ਯਾਨੀ ਕਿ ਲੋਕੀ ਆਪਣੇ ਘਰ ਛੱਡ ਕੇ ਜਾਣ ਨੂੰ ਮਜਬੂਰ ਹੋ ਚੁੱਕੇ ਨੇ। ਹੁਣ ਆਪਣੀ ਜਾਨ ਬਚਾਉਣ ਵਾਸਤੇ ਜਗ੍ਹਾ ਜਗ੍ਹਾ ਲੋਕ ਭੱਜ ਰਹੇ ਨੇ ਅਤੇ ਇਹ ਭਾਜੜ ਪੈ ਚੁੱਕੀ ਹੈ ਲੋਕਾਂ ਵਿੱਚ, ਕਿਉਂਕਿ ਇੱਕ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਬਹੁਤ ਸਾਰੀ ਜਗ੍ਹਾਵਾਂ ਨੂੰ ਨੁਕਸਾਨ ਹੋ ਸਕਦਾ ਹੈ। ਸੋ ਜਾਪਾਨ ਤੋਂ ਲੈ ਕੇ ਅਮਰੀਕਾ ਤੱਕ ਇਸ ਦਾ ਅਸਰ ਦੇਖਣ ਨੂੰ ਮਿਲੇਗਾ, ਜਿਸ ਵਿੱਚ ਲੋਕਾਂ ਨੂੰ ਹਾਈ ਅਲਰਟ ਕੀਤਾ ਗਿਆ ਹੈ ਤੇ ਲੋਕਾਂ ਨੂੰ ਜਗ੍ਹਾ ਖਾਲੀ ਕਰਨ ਦੀ ਅਪੀਲ ਕਰ ਦਿੱਤੀ ਗਈ ਹੈ। ਸੋ ਭੂਚਾਲ ਦੇ ਝਟਕੇ ਲਗਾਤਾਰ ਮਹਿਸੂਸ ਹੋ ਰਹੇ ਸੀ ਰੂਸ ਵਿੱਚ। ਰੂਸ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਵਿੱਚ ਭੂਚਾਲ ਦੇ ਝਟਕਿਆਂ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਏਗੀ, ਕਿਉਂਕਿ ਇੰਨੇ ਖਤਰਨਾਕ ਭੂਚਾਲ ਦੇ ਵਿੱਚ ਲੋਕਾਂ ਦਾ ਉੱਥੇ ਰਹਿਣਾ ਮੁਸ਼ਕਿਲ ਹੋ ਚੁੱਕਿਆ ਹੈ। ਰੂਸ ਦੇ ਪੂਰਬ ਦੇ ਵਿੱਚ ਬੁੱਧਵਾਰ ਤੜਕੇ ਕਾਮਚਟਕਾ ਪ੍ਰਾਇਦੀਪ ਨੇੜੇ 8.8 ਤੀਬਰਤਾ ਦੇ ਭੂਚਾਲ ਕਾਰਨ ਉੱਤਰੀ ਪ੍ਰਸ਼ਾਂਤ ਵਿੱਚ 4-4 ਫੁੱਟ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਆਈਆਂ, ਜਿਸ ਮਗਰੋਂ ਅਮਰੀਕਾ ਦੇ ਅਲਾਸਕਾ ਅਤੇ ਹਵਾਈ, ਜਾਪਾਨ ਅਤੇ ਨਿਊਜ਼ੀਲੈਂਡ ਦੇ ਦੱਖਣ ਵਿੱਚ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਸ ਵਿੱਚ ਲੋਕਾਂ ਨੂੰ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਨੂੰ ਖਾਲੀ ਕਰ ਦੇਣ। ਜਾਪਾਨ ਨੇ ਇਹਤਿਆਤ ਵਜੋਂ ਫੁਕੂਸ਼ੀਮਾ ਵਿਚਲੇ ਪਰਮਾਣੂ ਰਿਐਕਟਰ ਨੂੰ ਖਾਲੀ ਕਰਵਾ ਲਿਆ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਆਇਆ ਤੇ ਭੂਚਾਲ ਦਾ ਕੇਂਦਰ ਸਮੁੰਦਰ ਵਿੱਚ 19 ਕਿਲੋਮੀਟਰ ਦੀ ਡੂੰਘਾਈ ਵਿੱਚ ਸੀਗਾ। ਇਹ ਭੂਚਾਲ ਮਾਰਚ 2011 ਦੇ ਭੂਚਾਲ ਤੋਂ ਬਾਅਦ ਦੁਨੀਆ ਵਿੱਚ ਆਇਆ ਸਭ ਤੋਂ ਸ਼ਕਤੀਸ਼ਾਲੀ ਜਾਪਦਾ ਹੈ, ਕਿਉਂਕਿ ਇਸ ਭੂਚਾਲ ਨੇ ਲੋਕਾਂ ਦੇ ਮਨ ਵਿੱਚ ਇੱਕ ਵੱਡਾ ਡਰ ਪੈਦਾ ਕਰ ਦਿੱਤਾ ਹੈ। ਮਾਰਚ 2011 ਦੇ ਵਿੱਚ ਉੱਤਰ ਪੂਰਬੀ ਜਾਪਾਨ ਵਿੱਚ ਆਏ ਭੂਚਾਲ ਦੀ ਤੀਬਰਤਾ 9.0 ਸੀ ਅਤੇ ਇਸ ਨਾਲ ਇੱਕ ਵੱਡੀ ਸੁਨਾਮੀ ਆਈ, ਜਿਸ ਨੇ ਫੁਕੂਸ਼ੀਮਾ ਦਾਈਚੀ ਪਰਮਾਣੂ ਊਰਜਾ ਪਲਾਂਟ ਦੇ ਕੂਲਿੰਗ ਸਿਸਟਮ ਨੂੰ ਤਬਾਹ ਕਰ ਦਿੱਤਾ ਸੀ। 8.8 ਤੀਬਰਤਾ ਵਾਲੇ ਭੂਚਾਲ ਕਾਰਨ ਹੋਈ ਤਬਾਹੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਕਿਤੇ ਇਮਾਰਤਾਂ ਢਹਿ ਰਹੀਆਂ ਹਨ ਅਤੇ ਕਿਤੇ ਟਾਪੂਆਂ ਦੇ ਨਾਲ ਟਕਰਾ ਰਹੀਆਂ ਹਨ। ਸੁਨਾਮੀ ਲਹਿਰਾਂ ਦੇਖੀਆਂ ਜਾ ਸਕਦੀਆਂ ਨੇ। ਭੂਚਾਲ ਤੋਂ ਬਾਅਦ ਰੂਸ ਦੇ ਕੁਰੀਲ ਟਾਪੂਆਂ ਅਤੇ ਜਾਪਾਨ ਦੇ ਵੱਡੇ ਉੱਤਰੀ ਟਾਪੂ ਹੋਕਾਈਡੋ ਦੇ ਤਟਵਰਤੀ ਖੇਤਰਾਂ ਵਿੱਚ ਸੁਨਾਮੀ ਆਈ ਹੈ। ਰੂਸ ਵਿੱਚ ਇੱਕ ਕਿੰਡਰਗਾਰਟਨ ਦੀ ਕੰਧ ਢਹਿ ਗਈ ਹੈ। ਖੁਸ਼ਕਿਸਮਤੀ ਨਾਲ ਅੰਦਰ ਕੋਈ ਬੱਚੇ ਨਹੀਂ ਸੀ। ਹਰ ਕੋਈ ਸਮੇਂ ਸਿਰ ਬਾਹਰ ਆ ਗਿਆ ਸੀ। ਇਸ ਦੇ ਨਾਲ ਹੀ ਜੇ ਮੈਂ ਜਾਪਾਨ ਦੀ ਗੱਲ ਕਰਾਂ ਤੇ ਜਾਪਾਨ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਮੰਗਲਵਾਰ ਦੀ ਗੱਲ ਕਰਾਂ ਤੇ ਮੰਗਲਵਾਰ ਨੂੰ ਹੋਨੋਲੁਲੂ ਵਿੱਚ ਸੁਨਾਮੀ ਚੇਤਾਵਨੀ ਸਾਇਰਨ ਵੱਜਣੇ ਸ਼ੁਰੂ ਹੋ ਗਏ ਸੀ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਲਈ ਕਿਹਾ ਗਿਆ ਸੀ। ਰੂਸ ਦਾ ਕਹਿਣਾ ਹੈ ਕਿ ਇਹ 1952 ਤੋਂ ਬਾਅਦ ਇਸ ਖੇਤਰ ਵਿੱਚ ਰਿਕਾਰਡ ਕੀਤਾ ਗਿਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ, ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਤੇ ਲੋਕਾਂ ਦੇ ਮਨ ਦੇ ਵਿੱਚ ਵੱਡਾ ਡਰ ਪੈਦਾ ਕਰ ਦਿੱਤਾ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜਾਪਾਨ ਦੇ BNO ਨਿਊਜ਼ ਦੇ ਅਨੁਸਾਰ ਜਾਪਾਨ ਦੇ ਤੱਟ ਤੇ 4 ਵ੍ਹੇਲ ਮੱਛੀਆਂ ਡੁੱਬ ਗਈਆਂ ਹਨ, ਜਿਸ ਨਾਲ ਸਮੁੰਦਰੀ ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਨਿਊਜ਼ ਏਜੰਸੀ ਰਾਇਟਰਸ ਦੇ ਅਨੁਸਾਰ
ਕੁਝ ਥਾਵਾਂ ਤੇ ਸੁਨਾਮੀ ਦੀਆਂ ਲਹਿਰਾਂ 4 ਮੀਟਰ ਤੱਕ ਉੱਚੀਆਂ ਸਨ, ਜਿਸ ਕਾਰਨ ਬੰਦਰਗਾਹਾਂ ਅਤੇ ਤਟਵਰਤੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓਜ਼ ਵਿੱਚ ਰੂਸ ਦੇ ਤਟਵਰਤੀ ਖੇਤਰਾਂ ਵਿੱਚ ਇਮਾਰਤਾਂ ਡੁੱਬੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਇਹ ਤੋਂ ਇਹ ਹਾਲਾਤ ਪਤਾ ਲੱਗ ਰਹੇ ਨੇ ਕਿ ਇਸ ਸਮੇਂ ਉੱਥੇ ਦੇ ਹਾਲਾਤ ਕਿਹੋ ਜਿਹੇ ਬਣ ਚੁੱਕੇ ਨੇ। ਕਾਮਚਟਕਾ ਦੇ ਯੈਲੀਜ਼ੋਵੋ ਜ਼ਿਲ੍ਹੇ ਵਿੱਚ 3 ਤੋਂ 4 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਦਰਜ ਕੀਤੀਆਂ ਗਈਆਂ। ਸਖਾਲਿਨ ਓਬਲਾਸਟ ਦੇ ਸੇਵੇਰੋ ਕੁਰਲਿਸਕ ਵਿੱਚ ਬੰਦਰਗਾਹ ਅਤੇ ਇੱਕ ਮੱਛੀ ਪ੍ਰੋਸੈਸਿੰਗ ਪਲਾਂਟ ਵਿੱਚ ਅੰਸ਼ਕ ਹੜ੍ਹ ਦੀ ਰਿਪੋਰਟ ਕੀਤੀ ਗਈ। ਹੁਣ ਇਹ ਹੜ੍ਹ ਦੀ ਸਥਿਤੀ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਹੜ੍ਹ ਆ ਸਕਦੇ ਨੇ, ਸੁਨਾਮੀ ਆ ਸਕਦੀ ਹੈ, ਜਿਸ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਰੂਸ ਅਤੇ ਜਾਪਾਨ ਦੋਵਾਂ ਦੇ ਤਟਵਰਤੀ ਇਲਾਕਿਆਂ ਵਿੱਚ ਲੋਕਾਂ ਨੂੰ ਵੱਡੇ ਪੱਧਰ ਤੇ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਚੁੱਕਿਆ ਹੈ। ਕਾਮਚਟਕਾ ਦੇ ਗਵਰਨਰ ਨੇ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ, ਜਿਸ ਵਿੱਚ ਉਹ ਕਹਿ ਰਹੇ ਨੇ ਕਿ ਅੱਜ ਦਾ ਭੂਚਾਲ ਦਹਾਕਿਆਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਸੀ। ਇਸ ਦੇ ਨਾਲ ਹੀ ਰੂਸ ਦੇ ਐਮਰਜੈਂਸੀ ਵਿਭਾਗ ਨੇ ਕਾਮਚਟਕਾ ਦੇ ਦੱਖਣ ਵਿੱਚ ਸਥਿਤ ਸੇਵੇਰੋ ਕੁਰਲਿਸਕ ਵਰਗੇ ਕਸਬਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦਾ ਆਦੇਸ਼ ਦਿੱਤਾ। ਅਮਰੀਕੀ ਅਧਿਕਾਰੀਆਂ ਨੇ ਵੀ ਇਸ ਤੇ ਕਿਹਾ ਹੈ ਕਿ ਗੁਆਮ ਅਤੇ ਹੋਰ ਮਾਈਕਰੋਨੇਸ਼ੀਆ ਟਾਪੂਆਂ ਨੂੰ ਵੀ ਸੁਨਾਮੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਸੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕਰਦੇ ਹੋਏ ਲਿਖਿਆ ਕਿ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਵੱਡੇ ਭੂਚਾਲ ਕਾਰਨ ਹਵਾਈ ਲਈ ਸੁਨਾਮੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਲਾਸਕਾ ਅਤੇ ਅਮਰੀਕਾ ਦੇ ਪੱਛਮੀ ਤੱਟ ਲਈ ਵੀ ਸੁਨਾਮੀ ਨਿਗਰਾਨੀ ਲਾਗੂ ਹੈ। ਜਾਪਾਨ ਵੀ ਪ੍ਰਭਾਵਿਤ ਹੈ। ਅਮਰੀਕਾ ਦੇ ਅਲਾਸਕਾ ਅਤੇ ਹਵਾਈ ਅਤੇ ਨਿਊਜ਼ੀਲੈਂਡ ਦੇ ਦੱਖਣ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਇਸ ਕੁਦਰਤੀ ਆਫਤ ਨੇ ਰੂਸੀ ਬੰਦਰਗਾਹਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ ਅਤੇ ਵੇਲ ਮੱਛੀਆਂ ਦੇ ਜਾਪਾਨ ਦੇ ਤੱਟ ਪਰ ਰੁੜਨ ਦੀਆਂ ਰਿਪੋਰਟਾਂ ਆਈਆਂ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਮੁੰਦਰੀ ਜੀਵਨ ਕਿੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਬਾਹਰ ਤਾਂ ਜੀਵਨ ਦਾ ਪ੍ਰਭਾਵਿਤ ਹੋ ਹੀ ਰਿਹਾ, ਲੇਕਿਨ ਸਮੁੰਦਰ ਦੇ ਵਿੱਚ ਵੀ ਇੱਕ ਵੱਡੀ ਹਲਚਲ ਮਚ ਚੁੱਕੀ ਹੈ, ਜਿਸ ਕਰਕੇ ਇਹ ਮੱਛੀਆਂ ਜਿਹੜੀਆਂ ਨੇ ਹੁਣ ਦੂਸਰੇ ਪਾਸੇ ਨੂੰ ਰੁੜਨਾ ਸ਼ੁਰੂ ਹੋ ਚੁੱਕੀਆਂ ਨੇ। ਭੂਚਾਲ ਅਤੇ ਇਸ ਤੋਂ ਬਾਅਦ ਆਏ ਸੁਨਾਮੀ ਨੇ ਪ੍ਰਸ਼ਾਂਤ ਮਹਾਸਾਗਰ ਦੇ ਕਈ ਦੇਸ਼ਾਂ ਵਿੱਚ ਹਲਚਲ ਮਚਾ ਦਿੱਤੀ ਹੈ। ਅਮਰੀਕਾ ਦੇ ਹਵਾਈ ਦੀ ਰਾਜਧਾਨੀ ਹੋਨੂਲੁਲੂ ਵਿੱਚ ਸੁਨਾਮੀ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜੇ ਅਤੇ ਲੋਕਾਂ ਨੂੰ ਉੱਚੀ ਥਾਂ ਲਈ ਜਾਣ ਲਈ ਕਿਹਾ ਗਿਆ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਪਹਿਲੀ ਸੁਨਾਮੀ ਦੀ ਲਹਿਰ ਜੋ ਲਗਭਗ 30 ਸੈਂਟੀਮੀਟਰ ਉੱਚੀ ਹੋਕਾਈਡੋ ਦੇ ਪੂਰਬੀ ਤੱਟ ਤੇ ਨੇਮੂਰੇ ਤੱਕ ਪਹੁੰਚੀ। ਇਸ ਤੋਂ ਇਲਾਵਾ ਭੂਚਾਲ ਦੀ ਤੀਬਰਤਾ ਅਤੇ ਪ੍ਰਭਾਵ ਜਾਪਾਨੀ ਅਤੇ ਅਮਰੀਕੀ ਭੂਚਾਲ ਵਿਗਿਆਨੀਆਂ ਨੇ ਇਸ ਬਾਰੇ ਕਿਹਾ ਕਿ ਭੂਚਾਲ ਦੀ ਸ਼ੁਰੂਆਤੀ ਤੀਬਰਤਾ ਜੋ ਕਿ ਜਾਪਾਨੀ ਸਮੇਂ ਅਨੁਸਾਰ ਸਵੇਰੇ 8:25 ਤੇ ਆਈ ਸੀ ਅਤੇ 8.0 ਤੇ ਸੀ। ਅਮਰੀਕੀ ਭੂ ਵਿਗਿਆਨਕ ਸਰਵੇਖਣ ਨੇ ਬਾਅਦ ਵਿੱਚ ਕਿਹਾ ਕਿ ਇਸ ਦੀ ਤੀਬਰਤਾ ਜੋ ਸੀ ਉਹ 8.8 ਸੀ ਅਤੇ ਇਹ 20.7 ਕਿਲੋਮੀਟਰ ਦੀ ਡੂੰਘਾਈ ਤੇ ਆਇਆ। ਇਸ ਤੋਂ ਇਲਾਵਾ ਭੂਚਾਲ ਰੂਸੀ ਦੇ ਮੇਨ ਸ਼ਹਿਰ ਤੋਂ ਲਗਭਗ 119 ਕਿਲੋਮੀਟਰ ਦੂਰ ਆਇਆ, ਜਿਸ ਦੀ ਆਬਾਦੀ 1,80,000 ਹੈ। ਰੂਸੀ ਸਮਾਚਾਰ ਏਜੰਸੀ ਦੇ ਅਕੋਰਡਿੰਗ ਭੂਚਾਲ ਦੇ ਕੇਂਦਰ ਦੇ ਨੇੜੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਇਹ ਰਿਪੋਰਟ ਦਿੱਤੀ ਕਿ ਬਹੁਤ ਸਾਰੇ ਲੋਕ ਬਿਨਾਂ ਜੁੱਤੀਆਂ ਅਤੇ ਟੁਕਵੇਂ ਕੱਪੜਿਆਂ ਦੇ ਸੜਕਾਂ ਤੇ ਨਿਕਲ ਆਏ। ਘਰਾਂ ਦੇ ਅੰਦਰ ਸ਼ੈਲਫਾਂ ਡਿੱਗ ਪਈਆਂ, ਸ਼ੀਸ਼ੇ ਟੁੱਟ ਗਏ, ਇਮਾਰਤਾਂ ਤੇ ਕਾਰਾਂ ਜ਼ੋਰਦਾਰ ਢੰਗ ਨਾਲ ਹਿੱਲਣ ਲੱਗ ਪਈਆਂ। ਇਸ ਦੀ ਵੀਡੀਓ ਤੇ ਫੋਟੋਸ ਤੁਸੀਂ ਦੇਖ ਸਕਦੇ ਹੋ ਕਿ ਭੂਚਾਲ ਦੀ ਤੀਬਰਤਾ ਕਿੰਨੀ ਜ਼ਿਆਦਾ ਸੀ ਕਿ ਘਰ ਵਿੱਚ ਪਿਆ ਸਮਾਨ ਇਸ ਤਰੀਕੇ ਨਾਲ ਹਿੱਲ ਰਿਹਾ ਜਿਵੇਂ ਕੋਈ ਇਸ ਨੂੰ ਹਿਲਾ ਰਿਹਾ ਹੋਵੇ। ਇਸ ਤੋਂ ਇਲਾਵਾ TASS ਨੇ ਕਾਮਚਟਕਾ ਖੇਤਰ ਦੀ ਰਾਜਧਾਨੀ ਵਿੱਚ ਬਿਜਲੀ ਬੰਦ ਹੋਣ ਅਤੇ ਮੋਬਾਈਲ ਫੋਨ ਸੇਵਾ ਦੀ ਵੀ ਰਿਪੋਰਟ ਕੀਤੀ ਹੈ। ਇਸ ਨੇ ਇੱਕ ਸਥਾਨਕ ਰੂਸੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਸਖਾਲਿਨ ਟਾਪੂ ਦੇ ਵਸਨੀਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਅਤੇ ਐਮਰਜੈਂਸੀ ਸੇਵਾਵਾਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। ਅੰਤਰਰਾਸ਼ਟਰੀ ਚੇਤਾਵਨੀਆਂ ਅਲਾਸਕਾ ਵਿੱਚ ਅਮਰੀਕੀ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰ ਨੇ ਅਲਾਸਕਾ ਅਲੂਟੀਅਨ ਟਾਪੂਆਂ ਦੇ ਕੁਝ ਹਿੱਸਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਅਤੇ ਹਵਾਈ ਸਮੇਤ ਪੱਛਮੀ ਤੱਟ ਦੇ ਕੁਝ ਹਿੱਸਿਆਂ ਲਈ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਇਹ ਚੇਤਾਵਨੀ ਜੋ ਹੈ ਅਲਾਸਕਾ ਤੇ ਤੱਟ ਰੇਖਾ ਦੇ ਇੱਕ ਵੱਡੇ ਹਿੱਸੇ ਨੂੰ ਵੀ ਕਵਰ ਕਰਦੀ ਹੈ। ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਹੈ ਕਿ ਹਵਾਈ, ਚਿਲੀ, ਜਾਪਾਨ ਅਤੇ ਸੋਲੇਮਨ ਟਾਪੂਆਂ ਦੇ ਕੁਝ ਤਟਵਰਤੀ ਖੇਤਰਾਂ ਵਿੱਚ ਉੱਚ ਲਹਿਰਾਂ ਦੇ ਪੱਧਰ ਤੋਂ 1 ਤੋਂ 3 ਮੀਟਰ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਰੂਸ ਅਤੇ ਇਕਵਾਡੋਰ ਦੇ ਕੁਝ ਤਟਵਰਤੀ ਖੇਤਰਾਂ ਵਿੱਚ 3 ਮੀਟਰ ਤੋਂ ਉੱਚੀਆਂ ਲਹਿਰਾਂ ਉੱਠਣ ਦੀ ਉਮੀਦ ਹੈ। ਚੇਤਾਵਨੀ ਵਿੱਚ ਇਹ ਵੀ ਕਿਹਾ ਗਿਆ ਕਿ ਜਾਨ ਅਤੇ ਜਾਇਦਾਦ ਦੀ ਰੱਖਿਆ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਭੂਚਾਲ ਮਾਰਚ 2011 ਦੇ ਭੂਚਾਲ ਤੋਂ ਬਾਅਦ ਦੁਨੀਆ ਵਿੱਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਜਾਪਦਾ ਹੈ, ਜਿਸ ਦੀ ਤੀਬਰਤਾ 9.0 ਸੀ।
ਅਤੇ ਇਸ ਨੇ ਉੱਤਰ ਪੂਰਬ ਜਾਪਾਨ ਵਿੱਚ ਇੱਕ ਵੱਡੀ ਸੁਨਾਮੀ ਲਿਆ ਦਿੱਤੀ ਹੈ, ਜਿਸ ਨਾਲ ਫੁਕੂਸ਼ੀਮਾ ਦਾਈਚੀ ਪਰਮਾਣੂ ਊਰਜਾ ਪਲਾਂਟ ਦੇ ਕੂਲਿੰਗ ਸਿਸਟਮ ਠੱਪ ਹੋ ਗਏ। ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਦੇਸ਼ ਭਰ ਦੇ ਤਟਵਰਤੀ ਖੇਤਰਾਂ ਲਈ ਮਜ਼ਬੂਤ ਅਸਧਾਰਨ ਤੌਰ ਤੇ ਉੱਚੀਆਂ ਲਹਿਰਾਂ ਦੀ ਚੇਤਾਵਨੀ ਦਿੱਤੀ ਹੈ। ਸਰਕਾਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਦੁਆਰਾ ਜਾਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਪਾਣੀ, ਬੀਚਾਂ ਅਤੇ ਤਟਵਰਤੀ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਹੈ। ਜੁਲਾਈ ਵਿੱਚ ਕਾਮਚਟਕਾ ਦੇ ਨੇੜੇ ਸਮੁੰਦਰ ਵਿੱਚ 5 ਸ਼ਕਤੀਸ਼ਾਲੀ ਭੂਚਾਲ ਆਏ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ 7.4 ਤੀਬਰਤਾ ਦਾ ਸੀ। ਕਾਮਚਟਕਾ ਵਿੱਚ 4 ਨਵੰਬਰ 1952 ਨੂੰ 9.0 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨਾਲ ਵਿਆਪਕ ਨੁਕਸਾਨ ਹੋਇਆ ਹੈ। ਸੋ ਇਸ ਸਮੇਂ ਉੱਥੇ ਦੇ ਹਾਲਾਤ ਤੁਸੀਂ ਦੇਖ ਸਕਦੇ ਕਿੰਨੇ ਜ਼ਿਆਦਾ ਹੈ ਤੇ ਚੇਤਾਵਨੀਆਂ ਬਹੁਤ ਜ਼ਿਆਦਾ ਦਿੱਤੀਆਂ ਗਈਆਂ। ਇਹ ਇੱਕ ਏਰੀਆ ਨੂੰ ਇਫੈਕਟ ਨਹੀਂ ਕਰ ਰਿਹਾ, ਇਹ ਅਮਰੀਕਾ ਤੱਕ ਇਸ ਨੂੰ ਇਫੈਕਟ ਕਰ ਰਿਹਾ। ਅਮਰੀਕਾ, ਨਿਊਜ਼ੀਲੈਂਡ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਇਹ ਸਾਰੇ ਦੇਸ਼ ਵਿੱਚ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਹਲੇ ਅਲਰਟ ਤੇ ਰਹਿਣ ਦੀ ਜ਼ਰੂਰਤ ਹੈ। ਸੋ ਹੁਣ ਗੱਲ ਕਰਦੇ ਹਾਂ ਜੀ ਕੈਨੇਡਾ ਦੀ। ਕੈਨੇਡਾ ਦੇ ਵਿੱਚ ਵੀ ਇਮੀਗ੍ਰੇਸ਼ਨ ਨਿਯਮ ਜਿਹੜੇ ਨੇ ਉਹ ਲਗਾਤਾਰ ਬਦਲ ਰਹੇ ਨੇ, ਪਰ ਇਹ ਜੋ ਖਬਰ ਹੈ ਇਹ ਕਿਤੇ ਨਾ ਕਿਤੇ ਖੁਸ਼ਖਬਰੀ ਹੈ ਉਹਨਾਂ ਵਿਦੇਸ਼ੀ ਨਾਗਰਿਕਾਂ ਲਈ ਜੋ ਆਪਣੇ ਮਾਂ-ਬਾਪ ਨੂੰ, ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਲੈ ਕੇ ਜਾਣਾ ਚਾਹੁੰਦੇ ਨੇ, ਉੱਥੇ ਆਪਣੇ ਨਾਲ ਰੱਖਣਾ ਚਾਹੁੰਦੇ ਨੇ। ਇਹ ਜੋ ਰੂਲ ਹੈ ਪਹਿਲਾਂ ਕਿਤੇ ਨਾ ਕਿਤੇ ਬੰਦ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਇਹ ਪ੍ਰੋਗਰਾਮ ਨੂੰ ਹੁਣ ਦੁਬਾਰਾ ਸ਼ੁਰੂ ਕੀਤਾ ਗਿਆ। ਪਹਿਲੇ ਬੰਦ ਹੋਣ ਦਾ ਰੀਜ਼ਨ ਇਹ ਸੀ ਕਿ ਕੈਨੇਡਾ ਤੇ ਜੋ ਭਾਰਤ ਦੇ ਸੰਬੰਧ ਸੀ ਉਹ ਕਾਫੀ ਜ਼ਿਆਦਾ ਤਣਾਅਪੂਰਨ ਹੋ ਚੁੱਕੇ ਸੀ, ਇਸ ਕਰਕੇ PNG ਜੋ ਪ੍ਰੋਗਰਾਮ ਸੀਗਾ ਉਸ ਨੂੰ ਬੰਦ ਕਰ ਦਿੱਤਾ ਗਿਆ। ਪਰ ਹੁਣ ਇੱਕ ਵਾਰ ਫਿਰ ਤੋਂ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ, ਜਿਸ ਦੀ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ, ਜਿਸ ਵਿੱਚ ਇਹ ਦੱਸਿਆ ਗਿਆ ਕਿ ਕਿੰਨੇ ਹਜ਼ਾਰ PR ਜਿਹੜੀ ਹੈ, ਕਿੰਨੀ ਅਰਜ਼ੀਆਂ ਜਿਹੜੀਆਂ PR ਅਰਜ਼ੀਆਂ ਉਹਨਾਂ ਨੂੰ ਸਵੀਕਾਰ ਕੀਤਾ ਜਾਏਗਾ। ਸੋ ਤੁਹਾਨੂੰ ਦੱਸਦਾ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਲੋਟਰੀ ਸਿਸਟਮ ਦੀ ਵਰਤੋਂ ਕਰਦਿਆਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਸੱਦੇ ਭੇਜਣ ਦਾ ਸਿਲਸਿਲਾ ਆਰੰਭ ਕਰ ਦਿੱਤਾ ਹੈ। ਮਾਪਿਆਂ, ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੀਆਂ 10,000 ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦੇ ਇਰਾਦੇ ਨਾਲ 17,860 ਪ੍ਰਵਾਸੀਆਂ ਨੂੰ ਸਪਾਂਸਰਸ਼ਿਪ ਦਾਖਲ ਕਰਨ ਦੇ ਸੱਦੇ ਭੇਜੇ ਜਾ ਰਹੇ ਹਨ। ਪਰ ਦੂਜੇ ਪਾਸੇ ਆਮਦਨ ਹੱਦ ਦੀ ਸ਼ਰਤ ਵਿੱਚ ਚੁੱਪ-ਚੁਪੀਤੇ ਵਾਧਾ ਵੀ ਕੀਤਾ ਜਾ ਚੁੱਕਿਆ। ਹੁਣ 4 ਮੈਂਬਰਾਂ ਵਾਲੇ ਕੈਨੇਡੀਅਨ ਪਰਿਵਾਰ ਲਈ ਘੱਟੋ-ਘੱਟ ਸਾਲਾਨਾ ਆਮਦਨ ਦੀ ਸ਼ਰਤ $70,972 ਕਰ ਦਿੱਤੀ ਗਈ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਮੰਤਰਾਲੇ ਵੱਲੋਂ ਸਾਲ 2020 ਦੌਰਾਨ ਦਿਲਚਸਪੀ ਦੇ ਪ੍ਰਗਟਾਵੇ ਦਾਖਲ ਕਰਨ ਵਾਲੇ ਪ੍ਰਵਾਸੀਆਂ ਨੂੰ ਹੀ ਸਪਾਂਸਰਸ਼ਿਪ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜੇ ਜਾ ਰਹੇ ਹਨ। ਦਿਲਚਸਪੀ ਦਾ ਪ੍ਰਗਟਾਵਾ ਦਾਖਲ ਕਰਨ ਦੇ ਬਾਵਜੂਦ ਆਉਂਦੇ 2 ਹਫ਼ਤੇ ਤੱਕ ਸੱਦਾ ਹਾਸਲ ਕਰਨ ਤੋਂ ਖੁੰਝੇ ਪ੍ਰਵਾਸੀ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਵੀਜ਼ਾ ਜਾਂ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੀ ਆਪਸ਼ਨ ਲੈ ਸਕਦੇ ਹਨ। ਸੁਪਰ ਵੀਜ਼ਾ ਰਾਹੀਂ ਪ੍ਰਵਾਸੀਆਂ ਦੇ ਮਾਪੇ, ਦਾਦਾ-ਦਾਦੀ ਜਾਂ ਨਾਨਾ-ਨਾਨੀ 5 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਹਨ। ਇਸ ਤੋਂ ਇਲਾਵਾ ਕੈਨੇਡਾ ਵਿੱਚ ਮੌਜੂਦਗੀ ਦੌਰਾਨ 2 ਸਾਲ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਯੋਜਨਾ ਅਧੀਨ ਮੌਜੂਦਾ ਵਰ੍ਹੇ ਦੌਰਾਨ 25,000 ਸਪਾਂਸਰਸ਼ਿਪ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕਰ ਚੁੱਕੀ ਹੈ। ਸਾਲ 2024 ਦੌਰਾਨ 35,700 ਬਿਨੇਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ, ਜਿਨ੍ਹਾਂ ਵਿੱਚੋਂ 20,500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਕੁੱਲ ਅਰਜ਼ੀਆਂ ਦਾ ਬੈਕਲੌਗ 8,42,000 ਹੋਣ ਦੀ ਰਿਪੋਰਟ ਹੈ, ਜੋ ਕੁਝ ਸਮਾਂ ਪਹਿਲਾਂ 10 ਲੱਖ ਦੇ ਨੇੜੇ ਚੱਲ ਰਹੀ ਸੀ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡਾ ਦੇ ਵਿੱਚ ਇਹ ਬਦਲਾਅ ਦੇਖਣ ਨੂੰ ਮਿਲਿਆ, ਜਿੱਥੇ ਹੁਣ PNG ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਅਤੇ ਇਸ ਤੋਂ ਪਹਿਲਾਂ ਸੁਪਰ ਵੀਜ਼ਾ ਦੀ ਆਪਸ਼ਨ ਵੀ ਸੀਗੀ ਅਤੇ PNG ਪ੍ਰੋਗਰਾਮ ਮੁੜ ਸ਼ੁਰੂ ਕਰਨ ਦੇ ਨਾਲ ਹੀ ਇੱਕ ਸਹੂਲਤ ਇਹ ਮਿਲ ਚੁੱਕੀ ਹੈ ਕਿ ਜੋ ਪੇਰੈਂਟਸ ਨੇ, ਗ੍ਰੈਂਡ ਪੇਰੈਂਟਸ ਨੇ, ਹੁਣ ਕੈਨੇਡਾ ਦੇ ਵਿੱਚ ਸਥਾਈ ਤੌਰ ਤੇ ਰਹਿ ਸਕਦੇ ਨੇ, ਕੰਮ ਵੀ ਕਰ ਸਕਦੇ ਨੇ, ਪਰ ਇਸ ਦੇ ਨਾਲ ਇੱਕ ਸ਼ਰਤ ਵੀ ਲਾਗੂ ਕਰ ਦਿੱਤੀ ਗਈ ਹੈ। ਸੋ ਇਹ ਸੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕੁਝ ਖਾਸ ਬਦਲਾਅ। ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਬਦਲਾਅ ਹੋਏ ਨੇ ਅਤੇ ਰੂਸ ਵਿੱਚ ਆਇਆ ਇੱਕ ਭਿਆਨਕ ਤੂਫਾਨ ਜਾਂ ਸੁਨਾਮੀ, ਜਿਸ ਲਈ ਹਾਈ ਅਲਰਟ ਕੀਤਾ ਗਿਆ, ਜਿਸ ਵਿੱਚ ਬਾਕੀ ਦੇਸ਼ ਵੀ ਸ਼ਾਮਲ ਨੇ। ਹੋਰ ਐਸੀ ਅਪਡੇਟਸ ਲੈ ਕੇ ਮੈਂ ਸੁਰਭੀ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਣੇ ਰਹਿਣਾ ਸਾਡੇ ਚੈਨਲ ਪੰਜਾਬ ਮਿਲ USA TV ਦੇ ਨਾਲ। ਫਿਲਹਾਲ ਲਈ ਮੈਨੂੰ ਦੋ ਆ ਗਿਆ। ਤੁਹਾਡੇ ਸਭ ਦਾ ਜੀ ਬਹੁਤ ਬਹੁਤ ਧੰਨਵਾਦ।